ਰਾਜਾ ਪੋਰਸ ਪ੍ਰਾਚੀਨ ਕਾਲ ਤੋਂ ਹੀ ਇਹ ਭਾਰਤ ਦੀ ਬਦਕਿਸਮਤੀ ਰਹੀ ਹੈ ਕਿ ਇਹ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਰਿਹਾ ਹੈ। ਇਹ ਰਾਜ ਸਦਾ ਆਪਸ ਵਿੱਚ ਲੜਦੇ ਰਹਿੰਦੇ ਸਨ ਅਤੇ ਇੱਕ ਦੂਜੇ ਨੂੰ ਹੇਠੀ ਵਿਖਾਉਣ ਲਈ ਕਈ ਵਾਰ ਬਾਹਰਲੇ ਹਮਲਾਵਰਾਂ ਨੂੰ ਵੀ ਸਹਾਇਤਾ ਲਈ ਬੁਲਾ ਲੈਂਦੇ ਸਨ। ਇਸ ਦਾ ਨਤੀਜਾ ਇਹ ਹੁੰਦਾ ਸੀ ਕਿ ਬਾਹਰਲਾ ਹਮਲਾਵਰ ਦੇਸ਼ ਦਾ ਮਾਲਕ ਹੀ ਬਣ ਬੈਠਦਾ ਸੀ ਅਤੇ ਕਈ ਕਈ ਸਦੀਆਂ ਦੇਸ਼ ਗੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਰਹਿੰਦਾ ਸੀ। ਅੱਜ ਤੋਂ 2,200 ਸਾਲ ਪਹਿਲਾਂ ਵੀ ਜਦੋਂ ਯੂਨਾਨ ਦੇ ਰਾਜੇ ਸਿਕੰਦਰ ਆਜ਼ਮ ਨੇ ਸਾਰੀ ਦੁਨੀਆ ਨੂੰ ਜਿੱਤਣ ਲਈ ਏਸ਼ੀਆ ਵੱਲ ਮੂੰਹ ਕੀਤਾ ਸੀ ਤਾਂ ਉੱਤਰ ਪੱਛਮੀ ਭਾਰਤ ਨਿੱਕੇ ਨਿੱਕੇ ਰਜਵਾੜਿਆਂ ਵਿੱਚ ਵੰਡਿਆ ਹੋਇਆ ਸੀ। ਇਹਨਾਂ ਵਿੱਚੋਂ 3 ਰਾਜੇ ਬਾਕੀਆਂ ਕੋਲੋਂ ਜ਼ਿਆਦਾ ਤਾਕਤਵਰ ਸਨ। ਇਹਨਾਂ ਵਿੱਚੋਂ ਇੱਕ ਸੀ ਟੈਕਸਲਾ ਦਾ ਰਾਜਾ ਅੰਬੀ, ਜੋ ਜ਼ੇਲਮ ਤੋਂ ਪਰਲੇ ਪਾਰ ਦੇ ਇਲਾਕੇ 'ਤੇ ਰਾਜ ਕਰਦਾ ਸੀ। ਦੂਜਾ ਸੀ ਪੋਰਸ, ਜੋ ਇਸ ਦਰਿਆ ਦੇ ਉਰਲੇ ਪਾਸੇ ਰਾਜ ਕਰਦਾ ਸੀ। ਤੀਜਾ ਸੀ ਅੰਬੀਸਰ। ਪੋਰਸ ਤੇ ਅੰਬੀਸਾਰ ਦੀ ਆਪਸ ਵਿੱਚ ਬੜੀ ਬਣਦੀ ਸੀ, ਪਰ ਇਹ ਗੱਲ ਅੰਬੀ ਨੂੰ ਨਹੀਂ ਸੀ ਪਾਉਂਦੀ। ਪੋਰਸ ਬੜਾ ਬਹਾਦਰ, ਅਣਖੀ, ਪਰਜਾ ਪਾਲਕ ਅਤੇ ਦੇਸ਼ ਭਗਤ ਰਾਜਾ ਸੀ। ਉਹ ਆਪਣੇ ਦੇਸ਼ ਦੀ ਇੱਜ਼ਤ ਬਦਲੇ ਮਰ ਮਿਟਣ ਵਾਲਾ ਯੋਧਾ ਸੀ। ਉਸ ਦੇ ਉਲਟ ਅੰਬੀ ਇੱਕ ਸਵਾਰਥੀ, ਘਮੰਡੀ ਤੇ ਘਟੀਆ ਚਰਿੱਤਰ ਵਾਲਾ ਰਾਜਾ ਸੀ। ਉਹ ਨਿੱਜੀ ਲਾਭ ਲਈ ਤੇ ਹੈਂਕੜ ਨੂੰ ਪਾਲਣ ਲਈ ਘਟੀਆ ਤੋਂ ਘਟੀਆ ਕੰਮ ਵੀ ਕਰਨ ਨੂੰ ਤਿਆਰ ਹੁੰਦਾ ਸੀ। ਇਸ ਲਈ ਉਹ ਹਰ ਦਮ ਇਹੀ ਸੋਚਦਾ ਰਹਿੰਦਾ ਸੀ ਕਿ ਕਦੋਂ ਮੌਕਾ ਹੱਥ ਲੱਗੇ ਤੇ ਉਹ ਪੋਰਸ ਦਾ ਮੱਕੂ ਠੱਪੇ। ਇਹ ਮੌਕਾ ਉਹਨੂੰ ਜਲਦੀ ਹੀ ਮਿਲ ਗਿਆ ਜਦ ਉਹਨੂੰ ਪਤਾ ਲੱਗਾ ਕਿ ਸਿਕੰਦਰ ਏਸ਼ੀਆ ਦੇ ਸਭ ਤੋਂ ਵੱਡੇ ਰਾਜੇ ਦਾਰਾ ਨੂੰ ਹਰਾ ਕੇ ਭਾਰਤ ਵੱਲ ਆ ਰਿਹਾ ਹੈ, ਤਾਂ ਉਹਨੇ ਇਸ ਮੌਕੇ ਤੋਂ ਪੂਰਾ ਲਾਭ ਉਠਾਉਣਾ ਚਾਹਿਆ। ਇਸ ਲਈ ਜਦ 327 ਪੂਰਵ ਈਸਵੀ ਵਿੱਚ ਸਿਕੰਦਰ ਕਾਬਲ ਨਦੀ ਅਤੇ ਪੰਜਸ਼ੀਰ ਨਦੀ ਦੇ ਸੰਗਮ 'ਤੇ ਪਹੁੰਚਿਆ ਤਾਂ ਅੰਬੀ ਵੱਡਮੁੱਲੇ ਤੋਹਫੇ ਲੈ ਕੇ ਉਹਦੇ ਪਾਸ ਗਿਆ ਅਤੇ ਉਸ ਪਾਸੋਂ ਪੋਰਸ ਦੇ ਵਿਰੁੱਧ ਸਹਾਇਤਾ ਮੰਗੀ। ਸਿਕੰਦਰ ਤਾਂ ਅੱਗੇ ਹੀ ਇਹ ਚਾਹੁੰਦਾ ਸੀ। ਉਹਨੇ ਉਸੇ ਵੇਲੇ ਅੰਬੀ ਨੂੰ ਸਹਾਇਤਾ ਦਾ ਵਚਨ ਦੇ ਦਿੱਤਾ। ਸਿਕੰਦਰ ਨੇ ਰਾਜਾ ਅੰਬੀ ਦੀ ਰਾਜਧਾਨੀ ਵਿੱਚ ਜਾ ਕੇ ਉਤਾਰਾ ਕੀਤਾ। ਅੰਬੀ ਨੇ ਉਸ ਦੀ ਬੜੀ ਆਓ ਭਗਤ ਕੀਤੀ। ਭਾਰਤ ਵੱਲ ਆਉਣ ਸਮੇਂ ਸਿਕੰਦਰ ਦੇ ਪਾਸ ਇੱਕ ਬੜੀ ਭਾਰੀ ਸੈਨਾ ਸੀ। ਇਸ ਵਿੱਚ 1,20,000 ਪੈਦਲ ਤੇ 15,000 ਘੋੜਸਵਾਰ ਸੈਨਿਕ ਸਨ। ਇਹਨਾਂ ਵਿੱਚੋਂ ਲਗਭਗ ਅੱਧੀ ਫੌਜ ਯੂਨਾਨੀ ਸੀ ਤੇ ਬਾਕੀ ਦੀ ਏਸ਼ੀਆ ਦੇ ਜਿੱਤੇ ਹੋਏ ਇਲਾਕਿਆਂ ਵਿੱਚੋਂ ਭਰਤੀ ਕੀਤੇ ਸੈਨਿਕਾਂ ਦੀ ਸੀ। ਸਿਕੰਦਰ ਨੇ ਅੰਬੀ ਨੂੰ ਵੀ ਸਹਾਇਤਾ ਵਜੋਂ 5,000 ਭਾਰਤੀ ਜਵਾਨਾਂ ਦਾ ਇੱਕ ਮਜ਼ਬੂਤ ਦਸਤਾ ਤੇ 25 ਹਾਥੀ ਦਿੱਤੇ। ਸਿਕੰਦਰ ਕਈ ਵੱਡੀਆਂ ਲੜਾਈਆਂ ਲੜ ਚੁੱਕਾ ਸੀ ਤੇ ਕਈ ਵੱਡੀਆਂ ਜਿੱਤਾਂ ਪ੍ਰਾਪਤ ਕਰ ਚੁੱਕਾ ਸੀ। ਉਸ ਦੀ ਸਭ ਤੋਂ ਵੱਡੀ ਜਿੱਤ ਈਰਾਨ ਦੇ ਸ਼ਹਿਨਸ਼ਾਹ ਦਾਰਾ 'ਤੇ ਸੀ, ਜਿਸ ਦੀ ਫੌਜ ਇਤਨੀ ਵੱਡੀ ਸੀ ਕਿ ਕਹਿਣ ਵੇਖਣ ਦਾ ਫਰਕ ਹੈ। ਪਰ ਸਿਕੰਦਰ ਇੱਕ ਬਹਾਦਰ ਜਰਨੈਲ ਸੀ ਤੇ ਉਹ ਜਵਾਨ ਮਰਦਾਂ ਦੀ ਕਦਰ ਕਰਦਾ ਸੀ। ਇਤਨੀਆਂ ਲੜਾਈਆਂ ਵਿੱਚ ਉਹਨੂੰ ਕੋਈ ਅਣਖ ਵਾਲਾ ਵਿਰੋਧੀ ਨਹੀਂ ਸੀ ਟੱਕਰਿਆ ਜਿਹੜਾ ਆਪਣੀ ਅਤੇ ਆਪਣੇ ਦੇਸ਼ ਦੀ ਅਣਖ ਬਦਲੇ ਸਭ ਕੁਝ ਤਿਆਗ ਸਕਦਾ ਹੋਵੇ ਤੇ ਆਪਣੀ ਜਾਨ ਤੱਕ ਵੀ ਵਾਰ ਸਕਦਾ ਹੋਵੇ। ਪੋਰਸ ਭਾਵੇਂ ਇੱਕ ਛੋਟੇ ਜਿਹੇ ਇਲਾਕੇ 'ਤੇ ਰਾਜ ਕਰਦਾ ਸੀ ਤੇ ਉਸ ਦੀ ਸੈਨਿਕ ਸ਼ਕਤੀ ਵੀ ਸਿਕੰਦਰ ਦੇ ਮੁਕਾਬਲੇ 'ਤੇ ਕਿਧਰੇ ਘੱਟ ਸੀ, ਪਰ ਬਹਾਦਰੀ ਤੇ ਦਲੇਰੀ ਵਿੱਚ ਉਹ ਸਿਕੰਦਰ ਦੇ ਤੁਲ ਸੀ। ਜੇ ਉਹ ਸ਼ਾਨ ਨਾਲ ਜਿਉਣਾ ਚਾਹੁੰਦਾ ਸੀ ਤਾਂ ਮਰਨਾ ਵੀ ਪੂਰੀ ਸ਼ਾਨ ਨਾਲ ਹੀ ਚਾਹੁੰਦਾ ਸੀ। ਸਿਕੰਦਰ ਇਹੋ ਜਿਹੇ ਮਨੁੱਖ ਦਾ ਕਦਰਦਾਨ ਸੀ। ਸਿਕੰਦਰ ਅਤੇ ਪੋਰਸ ਦਾ ਯੁੱਧ ਦੋ ਬਰਾਬਰ ਦੇ ਯੋਧਿਆਂ ਦਾ ਯੁੱਧ ਸੀ। ਸਿਕੰਦਰ ਪਹਿਲਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਸੀ ਕਿ ਲੜਾਈ ਤੋਂ ਬਿਨਾਂ ਹੀ ਕੰਮ ਚੱਲ ਜਾਏ। ਉਹ ਲੜਾਈ ਕਰਨ ਤੋਂ ਪਹਿਲਾਂ ਆਪਣੇ ਵਿਰੋਧੀਆਂ ਨੂੰ ਕੁਹਾ ਭੇਜਦਾ ਸੀ ਕਿ ਉਹ ਉਹਦੀ ਅਧੀਨਤਾ ਮੰਨ ਲੈਣ। ਉਹਨੇ ਪੋਰਸ ਵੱਲ ਵੀ ਇਹੋ ਹੀ ਸੰਦੇਸ਼ ਦੇ ਕੇ ਆਪਣਾ ਦੂਤ ਭੇਜਿਆ, ਪਰ ਪੋਰਸ ਨੇ ਜਵਾਬ ਵਿੱਚ ਕਿਹਾ ਕਿ ਉਹ ਵੀ ਲੜਨਾ ਜਾਣਦਾ ਹੈ ਤੇ ਆਪਣੇ ਸ਼ਤਰੂਆਂ ਨੂੰ ਰਣ ਭੂਮੀ ਵਿੱਚ ਹੀ ਮਿਲਣ ਦਾ ਆਦੀ ਹੈ। ਇਹ ਜਵਾਬ ਸੁਣ ਕੇ ਸਿਕੰਦਰ ਲੜਾਈ ਦੀ ਤਿਆਰੀ ਵਿੱਚ ਰੁੱਝ ਗਿਆ। ਉਹਨੇ ਆਪਣੀ ਸਾਰੀ ਸੈਨਾ ਜੇਲਮ ਨਦੀ ਦੇ ਪੱਛਮੀ ਕਿਨਾਰੇ 'ਤੇ ਖੜੀ ਕਰ ਦਿੱਤੀ। ਉੱਧਰ ਪੋਰਸ ਦੀ ਸੈਨਾ ਵੀ ਪੂਰਬੀ ਕਿਨਾਰੇ 'ਤੇ ਆ ਕੇ ਡਟ ਗਈ। ਇਸ ਵਿੱਚ 30,000 ਪੈਦਲ, 4,000 ਘੋੜਸਵਾਰ, 300 ਰੱਥ ਤੇ 200 ਹਾਥੀ ਸਨ। ਉਹਨਾਂ ਦਿਨਾਂ ਵਿੱਚ ਮੀਂਹ ਪੈਂਦੇ ਕਾਰਨ ਨਦੀ ਬੜੀ ਚੜ੍ਹੀ ਹੋਈ ਸੀ ਤੇ ਉਹਨੂੰ ਪਾਰ ਕਰਨਾ ਆਸਾਨ ਨਹੀਂ ਸੀ। ਕਈ ਹਫ਼ਤੇ ਦੋਵੇਂ ਫੌਜਾਂ ਨਦੀ ਦੇ ਦੋਹਾਂ ਕੰਢਿਆਂ 'ਤੇ ਡਟੀਆਂ ਰਹੀਆਂ। ਪੋਰਸ ਨੂੰ ਪਰੇਸ਼ਾਨ ਕਰਨ ਲਈ ਸਿਕੰਦਰ ਨੇ ਆਪਣੀ ਸੈਨਾ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਤੇ ਵਿਖਾਵੇ ਲਈ ਰਾਤ ਸਮੇਂ ਕਦੀ ਕਿਸੇ ਥਾਂ ਤੋਂ ਤੇ ਕਦੀ ਕਿਸੇ ਥਾਂ ਤੋਂ ਹਮਲਾ ਕਰਦਾ ਸੀ, ਜਿਸ ਤੋਂ ਇਹ ਸਮਝਿਆ ਜਾਏ ਕਿ ਉਹਨੂੰ ਹਮਲਾ ਕਰਨ ਦੀ ਠੀਕ ਥਾਂ ਦਾ ਪਤਾ ਨਹੀਂ ਲੱਗ ਰਿਹਾ। ਅਸਲ ਵਿੱਚ ਸਿਕੰਦਰ ਨੇ ਜੇਲਮ ਦੇ ਕਿਨਾਰੇ 17 ਮੀਲ ਉੱਤਰ ਵਾਲੀ ਇੱਕ ਲੁਕਵੀਂ ਥਾਂ ਲੱਭ ਲਈ ਸੀ। ਇਸ ਥਾਂ ਦੇ ਪਰਲੇ ਪਾਰ ਇੱਕ ਨਿੱਕੀ ਜਿਹੀ ਪਹਾੜੀ 'ਤੇ ਸੰਘਣਾ ਜੰਗਲ ਸੀ। ਇੱਥੇ ਸਿਕੰਦਰ ਨੇ ਆਪਣੀਆਂ ਬੇੜੀਆਂ ਇਕੱਠੀਆਂ ਕਰਕੇ ਲੁਕਾ ਛੱਡੀਆਂ। ਇਸ ਥਾਂ ਦੇ ਲੁਕਵੀਂ ਹੋਣ ਕਰਕੇ ਪੋਰਸ ਨੂੰ ਇਸ ਦਾ ਪਤਾ ਨਾ ਲੱਗਾ। ਪਹਿਲਾਂ ਤਾਂ ਜਿਸ ਪਾਸੇ ਵੀ ਸਿਕੰਦਰ ਦੀ ਸੈਨਾ ਦੇ ਗਸ਼ਤ ਕਰਨ ਦਾ ਪਤਾ ਲੱਗਦਾ, ਪੋਰਸ ਆਪਣੇ ਹਾਥੀ ਉਸ ਪਾਸੇ ਲੈ ਜਾਂਦਾ। ਜਦ ਇਸੇ ਤਰ੍ਹਾਂ ਕਈ ਦਿਨ ਲੰਘ ਗਏ ਤਾਂ ਪੋਰਸ ਕੁਝ ਘੱਟ ਚੁਕੰਨਾ ਹੋ ਗਿਆ। ਇੱਕ ਦਿਨ ਸ਼ਾਮ ਵੇਲੇ ਕੰਢੇ ਦੇ ਨਾਲ ਕੁਝ ਦੂਰੀ 'ਤੇ ਸਿਕੰਦਰ ਆਪਣੇ 94 ਸੁਰਮਿਆਂ ਦਾ ਇੱਕ ਦਸਤਾ ਲੈ ਕੇ ਇਸ ਲੁਕਵੀਂ ਥਾਂ 'ਤੇ ਪਹੁੰਚ ਗਿਆ। ਰਾਤ ਨੂੰ ਸਖਤ ਹਨੇਰੀ ਮਗਰੋਂ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਨਾਲ ਭਾਵੇਂ ਸਿਕੰਦਰ ਦੇ ਸਿਪਾਹੀਆਂ ਨੂੰ ਰੁਕਾਵਟ ਤਾਂ ਜ਼ਰੂਰ ਪਈ, ਪਰ ਉਹਨਾਂ ਨੂੰ ਇਸ ਦਾ ਲਾਭ ਵੀ ਹੋਇਆ, ਕਿਉਂਕਿ ਤੂਫਾਨ ਦੇ ਰੌਲੇ ਵਿੱਚ ਉਹਨਾਂ ਦੀਆਂ ਗੇਂਦੀਆਂ ਤੇ ਬੇਲਚਿਆਂ ਦੀ ਆਵਾਜ਼
ਪਰਲੇ ਪਾਰ ਨਹੀਂ ਸੀ ਪਹੁੰਚਦੀ। ਸਵੇਰੇ ਪੋਹ ਫਟਾਲੇ ਤੱਕ ਸਭ ਤਿਆਰੀ ਹੋ ਚੁੱਕੀ ਸੀ। ਉਧਰ ਤੂਫਾਨ ਵੀ ਬੰਦ ਹੋ ਗਿਆ ਤੇ ਹਮਲੇ ਦੀ ਤਿਆਰੀ ਵੀ ਮੁਕੰਮਲ ਹੋ ਗਈ। ਸਿਕੰਦਰ ਆਪਣੀ ਅਗਵਾਈ ਹੇਠ ਇੱਕ ਦਸਤੇ ਨੂੰ ਪਰਲੇ ਪਾਰ ਲੈ ਗਿਆ। ਜਿਵੇਂ ਹੀ ਪੋਰਸ ਦੇ ਜਸੂਸਾਂ ਨੂੰ ਇਸ ਬਾਰੇ ਸੂਹ ਮਿਲੀ, ਉਹਨਾਂ ਨੇ ਘੋੜੇ ਦਰਾ ਕੇ ਪੋਰਸ ਨੂੰ ਵੈਰੀ ਦੇ ਜ਼ਿਲਮ ਨੂੰ ਪਾਰ ਕਰ ਲੈਣ ਦੀ ਖਬਰ ਜਾ ਪਹੁੰਚਾਈ। ਪਰ ਪੋਰਸ ਘਬਰਾਉਣ ਵਾਲਾ ਬੰਦਾ ਨਹੀਂ ਸੀ। ਉਹਨੇ ਫੈਸਲਾ ਕੀਤਾ ਕਿ ਦੁਸ਼ਮਣ ਨੂੰ ਕੰਢੇ 'ਤੇ ਇਕੱਠੇ ਹੋਣ ਤੋਂ ਪਹਿਲਾਂ ਹੀ ਜਾ ਜਬੋਤਣਾ ਹੈ। ਉਹਨੇ ਫੌਰਨ ਆਪਣੇ ਇੱਕ ਪੁੱਤਰ ਨੂੰ 2000 ਸੈਨਿਕ ਅਤੇ 20 ਰੱਥ ਦੇ ਕੇ ਉਸ ਥਾਂ ਵੱਲ ਭੇਜਿਆ ਤਾਂ ਜੋ ਦੁਸ਼ਮਣ ਦੀ ਇਸ ਚਾਲ ਨੂੰ ਨਕਾਰਾ ਕਰ ਦੇਵੇ। ਇਸ ਦਸਤੇ ਦੇ ਪਹੁੰਚਣ ਤੱਕ ਸਿਕੰਦਰ ਦੀ ਕਾਫੀ ਸੈਨਾ ਦਰਿਆ ਪਾਰ ਕਰ ਚੁੱਕੀ ਸੀ। ਸਿਕੰਦਰ ਨੇ ਉਸ ਦਸਤੇ 'ਤੇ ਆਪਣੀ ਘੋੜਸਵਾਰ ਸੈਨਾ ਦੁਆਰਾ ਪੂਰੇ ਤਾਣ ਨਾਲ ਹਮਲਾ ਕਰ ਦਿੱਤਾ। ਬੜੇ ਕਮਸਾਨ ਦੀ ਲੜਾਈ ਹੋਈ। ਸਿਕੰਦਰ ਦੀ ਸੈਨਾ ਗਿਣਤੀ ਵਿੱਚ ਕਿਤੇ ਵੱਧ ਸੀ। ਇਸ ਟਾਕਰੇ ਵਿੱਚ ਪੋਰਸ ਦੇ 400 ਸਿਪਾਹੀ ਕੰਮ ਆਏ ਤੇ ਉਸ ਦਾ ਪੁੱਤਰ ਵੀ ਮਾਰਿਆ ਗਿਆ। ਇਹ ਖਬਰ ਸੁਣ ਕੇ ਪੋਰਸ ਨੇ ਹੌਸਲਾ ਨਾ ਹਾਰਿਆ ਤੇ ਉਹ ਬਾਕੀ ਦੀ ਸੈਨਾ ਲੈ ਕੇ ਸਿਕੰਦਰ ਦਾ ਆਪ ਮੁਕਾਬਲਾ ਕਰਨ ਲਈ ਤੁਰ ਪਿਆ। ਪੋਰਸ ਨੂੰ ਆਪਣੇ ਹਾਥੀਆਂ 'ਤੇ ਬੜਾ ਮਾਣ ਸੀ। ਉਹਨੇ ਸਭ ਤੋਂ ਅੱਗੇ ਆਪਣੇ 200 ਹਾਥੀ ਲਾਏ, ਵਿਚਕਾਰ 30,000 ਪੈਦਲ ਸੈਨਾ ਰੱਖੀ ਜਿਹੜੀ ਤੀਰ ਕਮਾਨ ਨਾਲ ਲੈਸ ਸੀ। ਸੱਜੇ ਤੇ ਖੱਬੇ ਪਾਸਿਆਂ 'ਤੇ ਉਹਨੇ ਆਪਣੀ 4000 ਘੋੜਸਵਾਰ ਫੌਜ ਬਰਾਬਰ ਵੰਡ ਦਿੱਤੀ। ਉਧਰ ਸਿਕੰਦਰ ਇੱਕ ਤਾਂ ਆਪਣੀ ਪਿੱਛੇ ਰਹਿ ਗਈ ਪੈਦਲ ਫੌਜ ਨੂੰ ਉਡੀਕਣ ਲਈ ਤੇ ਦੂਜੇ ਹਮਲੇ ਲਈ ਚਾਲ ਸੋਚਣ ਲਈ ਕੁਝ ਸਮਾਂ ਰੁਕਿਆ ਰਿਹਾ। ਉਹ ਆਪਣੀ ਘੋੜਸਵਾਰ ਸੈਨਾ ਦੇ ਚੌਥੇ ਹਿੱਸੇ ਨੂੰ ਨਾਲ ਲੈ ਕੇ ਆਪਣੀ ਪੈਦਲ ਫੌਜ ਦੇ ਸੱਜੇ ਪਾਸੇ ਡਟ ਗਿਆ ਤੇ ਬਾਕੀ ਦੇ 2 ਘੋੜਸਵਾਰ ਦਸਤੇ ਆਪਣੇ ਜਰਨੈਲ ਕੀਨਜ਼ ਦੀ ਕਮਾਨ ਥੱਲੇ ਖੱਬੇ ਪਾਸੇ ਖੜੇ ਕਰ ਦਿੱਤੇ। ਹਰ ਇੱਕ ਸਿਆਣਾ ਜਰਨੈਲ ਆਪਣੀ ਸੈਨਾ ਦੇ ਪਾਸਿਆਂ ਦੀ ਰੱਖਿਆ ਕਰਨ ਦਾ ਪੂਰਾ ਪ੍ਰਬੰਧ ਕਰਦਾ ਹੈ ਤਾਂ ਜੋ ਉਸ ਥਾਂ 'ਤੇ ਹਮਲਾ ਹੋ ਜਾਣ 'ਤੇ ਉਹਦੇ ਸਾਹਮਣੇ ਵੱਲ ਲੜ ਰਹੇ ਦਸਤਿਆਂ ਵਿੱਚ ਹਫੜਾ ਦਫੜੀ ਨਾ ਮਚ ਜਾਏ। ਪਹਿਲਾਂ ਸਿਕੰਦਰ ਨੇ ਆਪਣੇ ਤੀਰਅੰਦਾਜ਼ਾਂ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ। ਇਸ ਨਾਲ ਪੋਰਸ ਦੀ ਫੌਜ ਵਿੱਚ ਕੁਝ ਘਬਰਾਹਟ ਪੈਦਾ ਹੋ ਗਈ। ਇਸ ਪਿੱਛੋਂ ਸਿਕੰਦਰ ਦੀ ਘੋੜਸਵਾਰ ਸੈਨਾ ਨੇ ਹੱਲਾ ਬੋਲ ਦਿੱਤਾ। ਆਪਣੇ ਖੱਬੇ ਪਾਸੇ ਦੀ ਘੋੜਸਵਾਰ ਸੈਨਾ ਦੀ ਮਦਦ ਲਈ ਜਦ ਪੋਰਸ ਨੇ ਸੱਜੇ ਹੱਥ ਖੜੀ ਘੋੜਸਵਾਰ ਸੈਨਾ ਨੂੰ ਅਗਾਂਹ ਲਿਆਂਦਾ ਤਾਂ ਸਿਕੰਦਰ ਦੇ ਜਰਨੈਲ ਕੀਨਜ਼ ਨੇ ਪਿੱਛੋਂ ਹੋ ਕੇ ਹੱਲਾ ਬੋਲ ਦਿੱਤਾ ਤੇ ਇਸ ਤਰ੍ਹਾਂ ਪੋਰਸ ਦੀ ਸੈਨਾ ਘੇਰੇ ਵਿੱਚ ਆ ਗਈ। ਇਸ ਤੇ ਪੋਰਸ ਦੀ ਸੈਨਾ ਨੇ ਹਾਥੀਆਂ ਦੀ ਆੜ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਜੰਗੀ ਹਾਥੀਆਂ ਨੇ ਸਿਕੰਦਰ ਦੀ ਵਰਗਾਕਾਰ ਰੂਪ ਵਿੱਚ ਵੱਧ ਰਹੀ ਪੈਦਲ ਸੈਨਾ ਨੂੰ ਖੂਬ ਲਤਾੜਿਆ। ਇਸ ਨਾਲ ਪੋਰਸ ਦੀ ਤਿੱਤਰ ਬਿੱਤਰ ਹੋਈ ਘੋੜਸਵਾਰ ਸੈਨਾ ਨੂੰ ਹੁਣ ਫੇਰ ਹਮਲੇ ਲਈ ਇਕੱਠੀ ਹੋਣ ਦਾ ਸਮਾਂ ਮਿਲ ਗਿਆ। ਪਰ ਸਿਕੰਦਰ ਦੀ ਘੋੜਸਵਾਰ ਸੈਨਾ ਦੇ ਇੱਕ ਹੋਰ ਜ਼ੋਰਦਾਰ ਹਮਲੇ ਨਾਲ ਪੋਰਸ ਦੀ ਸੈਨਾ ਦੇ ਹੌਸਲੇ ਟੁੱਟ ਗਏ। ਜਦ ਘੇਰਾ ਹੋਰ ਜ਼ਿਆਦਾ ਤੰਗ ਹੋ ਗਿਆ ਤੇ ਹਾਥੀਆਂ 'ਤੇ ਹਰ ਪਾਸਿਓਂ ਦਬਾਅ ਪੈਣ ਲੱਗ ਪਿਆ ਤਾਂ ਉਹ ਜ਼ਬਤ ਵਿੱਚੋਂ ਬਾਹਰ ਹੋ ਗਏ ਤੇ ਜ਼ਖਮਾਂ ਨਾਲ ਪਾਗਲ ਜਿਹੇ ਹੋ ਕੇ ਲੱਗੇ ਦੋਸਤ ਦੁਸ਼ਮਣ ਸਭ ਨੂੰ ਲਿਤਾੜਨ। ਪਰ ਪੋਰਸ ਫੇਰ ਵੀ ਜਵਾਨ ਮਰਦਾਂ ਵਾਂਗ ਮੈਦਾਨ ਵਿੱਚ ਡਟਿਆ ਹੀ ਰਿਹਾ। ਇਤਨੇ ਵਿੱਚ ਅੰਬੀ ਵੀ ਆਪਣੀ ਸੈਨਾ ਦੀ ਅਗਵਾਈ ਵਿੱਚ ਕਰਦਾ ਹੋਇਆ ਪੋਰਸ ਵੱਲ ਵਧਿਆ। ਉਹਨੂੰ ਵੇਖਦਿਆਂ ਹੀ ਪੋਰਸ ਦਾ ਖੂਨ ਖੌਲਿਆ ਤੇ ਭੁੱਖੇ ਸ਼ੇਰ ਵਾਂਗੂ ਅੰਬੀ 'ਤੇ ਟੁੱਟ ਕੇ ਪਿਆ। ਅੰਬੀ ਪੋਰਸ ਦੇ ਹਮਲੇ ਦੀ ਚਾਲ ਨਾ ਚੱਲ ਸਕਿਆ ਤੇ ਉਹਨੇ ਉੱਥੋਂ ਨੱਸਣ ਦੀ ਕੀਤੀ। ਹੁਣ ਤੱਕ ਪੋਰਸ ਦੇ ਬਹੁਤ ਸਾਰੇ ਹਾਥੀ ਜਾਂ ਤਾਂ ਮਾਰੇ ਗਏ ਸਨ ਜਾਂ ਜ਼ਖਮੀ ਹੋ ਗਏ ਸਨ। ਇਸ ਨਾਲ ਪੋਰਸ ਦੀ ਸੈਨਾ ਵਿੱਚ ਜ਼ਿਆਦਾ ਚਿਰ ਟਾਕਰਾ ਕਰਨ ਦੀ ਤਾਕਤ ਨਾ ਰਹੀ ਤੇ ਉਹ ਤਿੱਤਰ ਬਿੱਤਰ ਹੋ ਗਈ। ਪੋਰਸ ਆਪਣੇ ਹਾਥੀ 'ਤੇ ਬੈਠਾ ਆਖਰੀ ਦਮ ਤੱਕ ਆਪਣੀ ਫੌਜ ਦੀ ਅਗਵਾਈ ਕਰਦਾ ਰਿਹਾ। ਉਹਦੀ ਫੌਜ ਦੇ ਭਾਂਜ ਖਾ ਜਾਣ 'ਤੇ ਆਪ ਸਖਤ ਕਾਇਲ ਹੋ ਜਾਣ 'ਤੇ ਵੀ ਉਹ ਮੈਦਾਨ ਵਿੱਚ ਸ਼ੇਰ ਵਾਂਗ ਡਟਿਆ ਰਿਹਾ। ਪੋਰਸ ਦੀ ਬਹਾਦਰੀ ਅਤੇ ਨਿਡਰਤਾ ਵੇਖ ਕੇ ਸਿਕੰਦਰ ਦੰਗ ਰਹਿ ਗਿਆ। ਸਿਕੰਦਰ ਦੇ ਇੱਕ ਫੌਜੀ ਦਸਤੇ ਨੇ ਉਹਨੂੰ ਇਕੱਲਿਆਂ ਵੇਖ ਕੇ ਜਾ ਘੇਰਿਆ ਤੇ ਉਹਨੂੰ ਫੜ ਕੇ ਸਿਕੰਦਰ ਸਾਹਮਣੇ ਲੈ ਆਂਦਾ। ਸਿਕੰਦਰ ਪੋਰਸ ਦੀ ਡੀਲ ਡੌਲ ਅਤੇ ਚਿਹਰੇ ਦਾ ਰੋਬ ਦਾਬ ਵੇਖ ਕੇ ਬੜਾ ਪ੍ਰਭਾਵਿਤ ਹੋਇਆ। ਪੋਰਸ ਸੱਚਮੁੱਚ ਇੱਕ ਅਜਿੱਤ ਆਤਮਾ ਸੀ ਤੇ ਜਿੱਤ ਹਾਰ ਦੀ ਛੂਹ ਤੋਂ ਉੱਚਾ ਸੀ। ਸਿਕੰਦਰ ਯੂਨਾਨੀ ਸੀ ਤੇ ਪੋਰਸ ਭਾਰਤੀ ਸੀ, ਪਰ ਦੋਵੇਂ ਇੱਕੋ ਜਿਹੇ ਬਹਾਦਰ ਸਨ। ਉਹਨੇ ਪੋਰਸ ਨੂੰ ਪੁੱਛਿਆ, ਪੋਰਸ ਤੂੰ ਆਪ ਹੀ ਦੱਸ ਕਿ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਏ। ਪੋਰਸ ਨੇ ਬੜੀ ਗੰਭੀਰਤਾ ਨਾਲ ਕਿਹਾ, ਜੋ ਸਲੂਕ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਹੈ। ਸਿਕੰਦਰ ਨੇ ਫਿਰ ਕਿਹਾ, ਇਹ ਗੱਲ ਤਾਂ ਹੋਈ, ਪਰ ਤੂੰ ਆਪਣੇ ਲਈ ਹੋਰ ਵੀ ਕੁਝ ਮੰਗ ਲੈ। ਪੋਰਸ ਨੇ ਉਸੇ ਗੰਭੀਰਤਾ ਨਾਲ ਉੱਤਰ ਦਿੱਤਾ, ਮੇਰੇ ਪਹਿਲੇ ਉੱਤਰ ਵਿੱਚ ਹੀ ਸਭ ਮੰਗਾਂ ਸ਼ਾਮਲ ਨੇ। ਇਸ ਜਵਾਬ ਨੇ ਸਿਕੰਦਰ ਨੂੰ ਹੋਰ ਵੀ ਪ੍ਰਭਾਵਿਤ ਕਰ ਦਿੱਤਾ, ਕਿਉਂਕਿ ਸਿਕੰਦਰ ਆਪ ਬਹਾਦਰ ਸੀ ਤੇ ਬਹਾਦਰਾਂ ਦੀ ਕਦਰ ਕਰਦਾ ਸੀ। ਉਹ ਪੋਰਸ ਦੀ ਬੀਰਤਾ ਦਾ ਮੁੱਲ ਪਾਉਣੋਂ ਪਿਛਾਣ ਨਾ ਰਿਹਾ। ਉਹਨੇ ਪੋਰਸ ਨੂੰ ਨਾ ਕੇਵਲ ਉਹਦਾ ਸਾਰਾ ਰਾਜ ਮੋੜ ਦਿੱਤਾ, ਬਲਕਿ ਆਪਣਾ ਜਿੱਤਿਆ ਹੋਇਆ ਹੋਰ ਵੀ ਬਹੁਤ ਸਾਰਾ ਇਲਾਕਾ ਉਸਨੂੰ ਦੇ ਦਿੱਤਾ। ਇਸ ਤਰ੍ਹਾਂ ਸਿਕੰਦਰ ਪੋਰਸ ਦਾ ਪੱਕਾ ਮਿੱਤਰ ਬਣ ਗਿਆ। ਪੋਰਸ ਦੀ ਬੀਰਤਾ ਯੂਨਾਨੀ ਹੱਡ ਨੂੰ ਰੋਕਣ ਵਿੱਚ ਬੜੀ ਸਫਲ ਹੋਈ, ਕਿਉਂਕਿ ਪੋਰਸ ਦੀ ਸੈਨਾ ਨਾਲ ਲੜ ਕੇ ਸਿਕੰਦਰ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਸੀ ਕਿ ਜੇ ਪੋਰਸ ਵਰਗਾ ਇੱਕ ਛੋਟਾ ਜਿਹਾ ਸਰਹੱਦੀ ਰਾਜਾ ਉਹਦਾ ਮੂੰਹ ਪਵਾ ਸਕਦਾ ਹੈ ਤਾਂ ਉਹਦੇ ਲਈ ਭਾਰਤ ਦੇ ਹੋਰ ਸ਼ਕਤੀਸ਼ਾਲੀ ਰਾਜਿਆਂ ਨਾਲ ਨਜਿੱਠਣਾ ਕਿਤਨਾ ਮੁਸ਼ਕਿਲ ਹੋਵੇਗਾ। ਇਸ ਦਾ ਨਤੀਜਾ ਇਹ ਹੋਇਆ ਕਿ ਸਿਕੰਦਰ ਨੇ ਭਾਰਤ ਜਿੱਤਣ ਦਾ ਇਰਾਦਾ ਹੀ ਛੱਡ ਦਿੱਤਾ ਤੇ ਆਪਣੇ ਦੇਸ਼ ਵੱਲ ਵਾਪਸ ਮੁੜਨ 'ਤੇ ਮਜਬੂਰ ਹੋ ਗਿਆ।
ਰਾਜਾ ਪੁਰਸ ਤੇ ਹਿੰਦੁਸਤਾਨੀ ਸਿਨੇਮਾ ਨੇ ਕਈ ਫਿਲਮਾਂ ਦਿੱਤੀਆਂ ਹਨ ਤੇ ਇਹ ਅਣਖੀਲਾ ਯੋਧਾ ਬੜੀ ਬਹਾਦਰੀ ਨਾਲ ਸਿਕੰਦਰ ਦੀਆਂ ਫੌਜਾਂ ਨਾਲ ਲੜਿਆ। ਜਦੋਂ ਉਹ ਫੜਿਆ ਗਿਆ ਤਾਂ ਸਿਕੰਦਰ ਨੇ ਉਸ ਨੂੰ ਪੁੱਛਿਆ, ਤੇਰੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਏ? ਤਾਂ ਪੋਰਸ ਨੇ ਤੁਰੰਤ ਜਵਾਬ ਦਿੱਤਾ, ਜਿਸ ਤਰ੍ਹਾਂ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ ਹੈ। ਸਿਕੰਦਰ ਨੇ ਪ੍ਰਭਾਵਿਤ ਹੋ ਕੇ ਉਸ ਦਾ ਸਾਰਾ ਰਾਜ ਭਾਗ ਉਸ ਨੂੰ ਵਾਪਸ ਕਰ ਦਿੱਤਾ। ਧੰਨਵਾਦ।